हाँ जी दोस्तों ਤੁਹਾਡੇ ਆਪਣੇ YouTube ਚੈਨਲ ਲੌਜੀਕਲ ਮੋਟੀਵੇਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ BA ਫਾਈਨਲ ਦੇ ਵਿੱਚ ਸਾਡਾ ਟੌਪਿਕ ਹੈ ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਦੋਸਤੋ ਪੂਰੀ ਦੁਨੀਆ ਦੇ ਵਿੱਚ, ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਕੁਝ ਖੇਤਰਾਂ ਦੇ ਲੋਕ ਆਪਸੀ ਸਹਿਯੋਗ ਨੂੰ ਵਧਾਉਣ ਦੇ ਲਈ ਕੁਝ ਦੇਸ਼ ਇਸ ਤਰ੍ਹਾਂ ਦੇ ਖੇਤਰੀ ਸੰਗਠਨ ਰੀਜਨਲ ਆਰਗੇਨਾਈਜੇਸ਼ਨ ਦੀ ਸਥਾਪਨਾ ਕਰਦੇ ਨੇ। ਔਰ ਉਹ ਜਿਹੜਾ ਸੰਗਠਨ ਹੁੰਦਾ ਉਸ ਖੇਤਰ ਦੇ ਵਿੱਚ, ਖਾਸ ਤੌਰ 'ਤੇ ਪੂਰੀ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦਾ। ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਹੀ ਖੇਤਰੀ ਸੰਗਠਨ ਬਣੇ ਨੇ, ਜਿਹਦੇ ਵਿੱਚ ਆਪਾਂ ਮੇਨਲੀ ਗੱਲ ਕਰਦੇ ਹਾਂ ਸਾਰਕ, ਜਿਹਦੇ ਬਾਰੇ ਆਪਾਂ ਪੜ੍ਹ ਰਹੇ ਹਾਂ ਅੱਜ। ਇਸ ਤਰ੍ਹਾਂ ਹੋਰ ਬਹੁਤ ਸਾਰੇ ਖੇਤਰੀ ਸੰਗਠਨ ਨੇ, ਜਿੱਦਾਂ ਨੈਟੋ ਹੈ, ਸੀਟੋ ਹੈ, ਸੈਂਟੋ ਹੈ, ਐਨਜੂਸ ਹੈ, ਬਾਰਸਾ ਪੈਕਟ ਸੀਗਾ, ਔਰ ਅੱਜ ਵੀ ਬਹੁਤ ਸਾਰੇ ਜਿੱਦਾਂ ਓਪੈਕ ਹੈ, ਬਹੁਤ ਸਾਰੇ ਹੋਰ ਏਸੀਆਨ ਹੈ, ਬਹੁਤ ਸਾਰੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਖੇਤਰੀ ਸੰਗਠਨ ਕੰਮ ਕਰਦੇ ਨੇ। ਬਟ ਅੱਜ ਆਪਣਾ ਮੇਨ ਫੋਕਸ ਹੈ ਸਾਰਕ ਦੇ ਉੱਤੇ। ਜਿਹੜਾ ਸਾਰਕ ਹੈਗਾ ਗਾ, ਇਹ ਦੱਖਣੀ ਏਸ਼ੀਆਈ ਦੇਸ਼ਾਂ ਦਾ ਇੱਕ ਖੇਤਰੀ ਸਹਿਯੋਗ ਸੰਗਠਨ ਹੈ। ਦੱਖਣੀ ਏਸ਼ੀਆ ਦੇ ਜਿਹੜੇ ਦੇਸ਼ ਨੇ, ਖਾਸ ਤੌਰ 'ਤੇ ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ, ਭਾਰਤ, ਨੇਪਾਲ, ਸ਼੍ਰੀਲੰਕਾ, ਭੂਟਾਨ, ਮਾਲਦੀਵ, ਪਾਕਿਸਤਾਨ, ਇਸ ਤਰ੍ਹਾਂ ਦੇ ਜਿਹੜੇ ਸਾਰੇ ਦੇਸ਼ ਨੇਗੇ, ਇਹਨਾਂ ਦਾ ਇੱਕ ਖੇਤਰੀ ਸੰਗਠਨ ਹੈ। ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ 1980 ਦੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਨੇ ਸ਼ੁਰੂ ਕੀਤੀਆਂ ਸੀ ਇਹ ਕੋਸ਼ਿਸ਼ਾਂ ਕਿ ਇਸ ਤਰ੍ਹਾਂ ਦਾ ਇੱਕ ਖੇਤਰੀ ਸੰਗਠਨ ਬਣਾਇਆ ਜਾਵੇ, ਜਿਹੜੀਆਂ ਕਿ ਇਸ ਖਿੱਤੇ ਦੀਆਂ ਸਮੱਸਿਆਵਾਂ ਨੇ, ਖਾਸ ਤੌਰ 'ਤੇ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਗੰਭੀਰ ਸਮੱਸਿਆਵਾਂ ਨੇ, ਤਾਂ ਕਿ ਸਾਰੇ ਦੇਸ਼ ਇਕੱਠੇ ਹੋ ਕੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਲੜ ਸਕਣ। ਸੋ ਖੇਤਰ ਦੇ ਵਿੱਚ ਸਹਿਯੋਗ ਦੀ ਭਾਵਨਾ ਬਣਾਉਣ ਦੇ ਲਈ ਇਹ ਸੰਗਠਨ ਦੇ ਬਣਾਉਣ ਦੇ ਲਈ ਯਤਨ ਸ਼ੁਰੂ ਕੀਤੇ ਗਏ ਸੀਗੇ। ਇਸ ਖੇਤਰ ਦੇ ਜਿਹੜੀ ਕੁੱਲ ਮਿਲਾ ਕੇ ਉਤਪਾਦਨ ਹੈ ਇਹਦਾ ਬੜਾ ਥੋੜ੍ਹਾ ਹੈ, 2% ਹੀ ਹੈ, ਔਰ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਉਹਦੇ ਵਿੱਚ ਵੀ ਇਹਨਾਂ ਦਾ ਹਿੱਸਾ ਬਹੁਤ ਥੋੜ੍ਹਾ ਹੈ ਇਸ ਪੂਰੇ ਖੇਤਰ ਦਾ। ਸੋ ਉਹਨੂੰ ਵਧਾਉਣ ਦੇ ਲਈ ਜਿਹੜਾ ਹੈਗਾ ਗਾ, ਇਹ ਆਪਸ ਦੇ ਵਿੱਚ ਆਰਥਿਕ ਤੌਰ 'ਤੇ ਇੱਕ ਮਿਲਵਰਤਨ ਵਾਲੀ ਪਾਲਿਸੀ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ। ਸੋ ਸਾਰਕ ਦੀ ਸ਼ੁਰੂਆਤ ਆਪਾਂ ਜਿਵੇਂ ਗੱਲ ਕਰ ਰਹੇ ਹਾਂ 1980 ਦੇ ਵਿੱਚ ਜ਼ਿਆਉਰ ਰਹਿਮਾਨ ਦੇ ਯਤਨਾਂ ਸਦਕਾ ਸ਼ੁਰੂ ਹੋਇਆ ਸੀਗਾ ਇਹ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਗਾ ਇਹਨੂੰ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜਿਸ ਤਰ੍ਹਾਂ ਦੱਖਣੀ ਏਸ਼ੀਆਈ ਸਹਿਯੋਗ ਦੀ ਸ਼ੁਰੂਆਤ ਹੈ ਜਿਹੜੀ 1981 ਦੇ ਵਿੱਚ ਹੋਈ। ਇਹਦੇ ਵਿੱਚ ਜਿਹੜੇ ਕੋਲੰਬੋ ਦੇ ਵਿੱਚ ਵਿਦੇਸ਼ ਸਕੱਤਰ ਵੱਖ ਵੱਖ ਦੇਸ਼ਾਂ ਦੇ ਇਕੱਠੇ ਹੋਏ, 7 ਦੇਸ਼, ਭਾਰਤ, ਬੰਗਲਾਦੇਸ਼, ਭੂਟਾਨ, ਮਾਲਦੀਵ, ਪਾਕਿਸਤਾਨ, ਸ਼੍ਰੀਲੰਕਾ ਅਤੇ ਨੇਪਾਲ। ਇਹਨਾਂ ਨੇ ਵੱਖ ਵੱਖ ਪ੍ਰਸਤਾਵ ਪੇਸ਼ ਕਰਕੇ ਇੱਕ ਤਰ੍ਹਾਂ ਦਾ ਢਾਂਚਾ ਆਰਥਿਕ ਖੇਤਰ ਦੇ ਵਿੱਚ ਸਹਿਯੋਗ ਕਰਨ 'ਤੇ ਜ਼ੋਰ ਦਿੱਤਾ। ਔਰ ਇਸ ਤਰੀਕੇ ਨਾਲ ਇਸ ਬੈਠਕ ਦੇ ਵਿੱਚ ਬੰਗਲਾਦੇਸ਼ ਨੇ ਜਿਹੜੇ ਸੁਝਾਅ ਦਿੱਤੇ ਸੀ ਉਹਨਾਂ ਤੱਕ ਹੀ ਸੀਮਤ ਰਹਿਣ ਲਈ ਸਹਿਯੋਗ ਬਣਾਉਣ ਦੇ ਲਈ ਗੱਲ ਕੀਤੀ ਗਈ। ਅੰਤ ਵਿੱਚ ਇਸ ਸੰਮੇਲਨ ਦੇ ਵਿੱਚ ਖੇਤੀਬਾੜੀ, ਪੇਂਡੂ ਵਿਕਾਸ, ਜਨ ਸੰਚਾਰ, ਮੌਸਮ ਵਿਗਿਆਨ, ਸਾਹਿਤ ਅਤੇ ਵਸੋਂ ਦੇ ਖੇਤਰਾਂ ਸੰਬੰਧੀ ਵੀ ਗੱਲਬਾਤ ਕੀਤੀ ਗਈ। ਉਸ ਤੋਂ ਬਾਅਦ 2 ਤੋਂ 4 ਨਵੰਬਰ 1981 ਦੇ ਵਿੱਚ ਜਿਹੜੀ ਹੈਗੀ ਵਿਦੇਸ਼ ਸਕੱਤਰਾਂ ਦੀ ਇੱਕ ਮੀਟਿੰਗ ਹੋਈ ਕਾਠਮੰਡੂ ਦੇ ਵਿੱਚ, ਜਿਹੜੀ ਕਿ ਇਸ ਬੈਠਕ ਨੇ ਆਵਾਜਾਈ, ਡਾਕਘਰ ਦੀਆਂ ਸੇਵਾਵਾਂ, ਤਕਨੀਕੀ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਦੂਸਰੇ ਨਾਲ ਸਹਿਯੋਗ ਕਰਨ ਦਾ ਨਿਸ਼ਚਾ ਕੀਤਾ। ਔਰ ਉਸ ਤੋਂ ਬਾਅਦ ਦੋਸਤੋ 1982 ਦੇ ਵਿੱਚ ਇਸਲਾਮਾਬਾਦ ਦੇ ਵਿੱਚ ਬੈਠਕ ਹੋਈ, ਜਿਹਦੇ ਵਿੱਚ ਉਹਨਾਂ ਨੇ ਇੱਕ ਅਧਿਐਨ ਸਮੂਹ ਦੀ ਰਿਪੋਰਟ 'ਤੇ ਵਿਚਾਰ ਵਟਾਂਦਰਾ ਕੀਤਾ, ਜਿਸ ਦੇ ਵਿੱਚ ਜਿਹੜੀ ਕਿ ਪਹਿਲਾਂ ਕਾਠਮੰਡੂ ਦੇ ਵਿੱਚ ਫਿਕਸ ਹੋਇਆ ਸੀਗਾ। ਇਸ ਦੇ ਵਿੱਚ ਇੱਕ ਸਟੈਂਡਿੰਗ ਕਮੇਟੀ ਬਣਾਉਣ ਦਾ ਨਿਸ਼ਚੇ ਕੀਤਾ ਗਿਆ। ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ 1982 ਦੇ ਵਿੱਚ ਇਸਲਾਮਾਬਾਦ ਵਿੱਚ ਜਿਹੜੀ ਬੈਠਕ ਹੋਈ, ਉਹਨੇ ਇੱਕ ਸਟੈਂਡਿੰਗ ਕਮੇਟੀ ਬਣਾਉਣ ਦੀ ਰਿਪੋਰਟ ਪੇਸ਼ ਕੀਤੀ, ਸਿਫਾਰਿਸ਼ ਕੀਤੀ। ਉਸ ਤੋਂ ਬਾਅਦ ਜਿਹੜੀ 1983 ਦੀ ਢਾਕਾ ਦੀ ਬੈਠਕ ਹੋਈ, ਇਸ ਬੈਠਕ ਦੇ ਵਿੱਚ ਜਿਹੜੀ ਸਟੈਂਡਿੰਗ ਕਮੇਟੀ ਹੈ ਉਹਨੂੰ ਨਿਯੁਕਤ ਕਰਨ ਦਾ ਨਿਰਣਾ ਲਿਆ ਗਿਆ, ਜਿਹਦੇ ਵਿੱਚ ਵਿਦੇਸ਼ ਸਕੱਤਰ ਸ਼ਾਮਲ ਹੋਏ ਸੀ। 1984 ਦੀ ਜਿਹੜੀ ਦਿੱਲੀ ਵਿੱਚ ਬੈਠਕ ਹੋਈ, ਉਹਦੇ ਵਿੱਚ ਕਾਫੀ ਜ਼ਿਆਦਾ ਉਦੇਸ਼ ਬਣਾਏ ਗਏ, ਪ੍ਰਸਤਾਵ ਪਾਸ ਕੀਤੇ ਗਏ, ਜਿਹਦੇ ਵਿੱਚ ਮੁੱਖ ਰੂਪ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਸ ਖੇਤਰ ਦੇ ਲੋਕਾਂ ਦੀ ਭਲਾਈ ਦੇ ਲਈ ਕੰਮ ਕੀਤਾ ਜਾਊਗਾ। ਦੱਖਣੀ ਏਸ਼ੀਆ ਦੇ ਖੇਤਰ ਦੇ ਵਿੱਚ ਆਰਥਿਕ, ਸਮਾਜਿਕ, ਸੱਭਿਆਚਾਰਕ ਵਿਕਾਸ ਦੇ ਉੱਤੇ ਕੰਮ ਕੀਤਾ ਜਾਊਗਾ। ਔਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਸਮੂਹਿਕ ਆਤਮਬਲ ਦਾ ਵਿਕਾਸ ਕੀਤਾ ਜਾਊਗਾ। ਆਪਸੀ ਸੂਝ-ਬੂਝ ਵਿਕਸਿਤ ਕੀਤੀ ਜਾਊਗੀ। ਸਾਰੇ ਖੇਤਰਾਂ ਵਿੱਚ ਆਪਸੀ ਪਰਸਪਰ ਸਹਿਯੋਗ ਦੀ ਗੱਲ ਕੀਤੀ ਗਈ। ਔਰ ਸ਼ਕਤੀਸ਼ਾਲੀ ਔਰ ਜਿਹੜੇ ਵਿਕਾਸਸ਼ੀਲ ਦੇਸ਼ ਸੀ ਉਹਨਾਂ ਨਾਲ ਵੀ ਸੰਬੰਧ ਬਣਾਉਣ ਦੀ ਗੱਲ ਕੀਤੀ ਗਈ। ਸੋ ਇਹਨਾਂ ਸਾਰੇ ਉਦੇਸ਼ਾਂ ਨੂੰ ਲੈ ਕੇ ਇੱਕ ਦੱਖਣੀ ਏਸ਼ੀਆ ਦਾ ਸੰਗਠਨ ਬਣਾਉਣ ਦੀ ਗੱਲ ਕੀਤੀ ਗਈ। ਇਹਦੇ ਵਿੱਚ ਇਹ ਮੇਨ ਗੱਲ ਆਪਾਂ ਕਰ ਸਕਦੇ ਹਾਂ। ਔਰ ਫਿਰ ਉਸ ਤੋਂ ਬਾਅਦ 27 ਫਰਵਰੀ 1984 ਨੂੰ
ਦਿੱਲੀ ਵਿੱਚ ਬੈਠਕ ਹੋਈ, ਜਿਹਦੇ ਵਿੱਚ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ ਕਿ ਦੱਖਣੀ ਏਸ਼ੀਆ ਦੇ ਲੋਕ ਇਕੱਠੇ ਹੋਣਾ ਚਾਹੁੰਦੇ ਨੇ। ਇਸ ਵਚਨਬੱਧਤਾ ਨੂੰ ਦੁਹਰਾਇਆ ਗਿਆ ਔਰ ਦੱਖਣੀ ਏਸ਼ੀਆ ਸੰਗਠਨ ਬਣਾਉਣ 'ਤੇ ਜ਼ੋਰ ਦੇ ਕੇ ਗੱਲਬਾਤ ਕੀਤੀ ਗਈ। ਸੋ ਲਾਸਟ ਦੇ ਵਿੱਚ 1985 ਦੇ ਵਿੱਚ ਜਿਹੜੀ ਮਾਲਦੀਵ ਦੇ ਵਿੱਚ ਬੈਠਕ ਹੋਈ ਸਥਾਈ ਸੰਮਤੀ ਦੀ, ਸਥਾਈ ਸੰਮਤੀ ਬਣ ਗਈ। ਸਥਾਈ ਸੰਮਤੀ ਨੇ ਸਾਰਕ ਬਣਾਉਣ ਦਾ ਨਿਸ਼ਚਾ ਲਿਆ। ਪਹਿਲਾਂ ਇਹਦਾ ਨਾਂ SARC ਸੀ, ਬਾਅਦ ਦੇ ਵਿੱਚ ਇਹਦਾ ਨਾਮ ਬਦਲ ਕੇ SAARC ਕਰ ਦਿੱਤਾ ਗਿਆ। ਪਹਿਲਾਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੀ, ਤਾਂ ਬਾਅਦ ਦੇ ਵਿੱਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਇਹਨੂੰ ਬਣਾ ਦਿੱਤਾ ਗਿਆ। ਔਰ ਸਾਰਕ ਦਾ ਜਿਹੜਾ ਰਸਮੀ ਉਦਘਾਟਨ ਹੈ ਉਹ ਦੋਸਤੋ ਦਸੰਬਰ 1985 ਨੂੰ ਢਾਕਾ ਦੇ ਵਿੱਚ ਇਹਦਾ ਰਸਮੀ ਉਦਘਾਟਨ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜਾ ਹੈਗਾ ਗਾ 7 ਦੇਸ਼ਾਂ ਦੇ ਮੁਖੀਆਂ ਨੇ ਪਹਿਲੇ ਸਾਰਕ ਦੇ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲਿਆ। ਪਹਿਲਾ ਜਿਹੜਾ ਸਿਖਰ ਸੰਮੇਲਨ ਇਹਨਾਂ ਦਾ ਹੋਇਆ ਸੀ, ਬਾਅਦ ਦੇ ਵਿੱਚ ਇਹਨਾਂ ਦੀ ਸੰਖਿਆ 8 ਹੋ ਗਈ ਸੀ, ਅਫਗਾਨਿਸਤਾਨ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀਗਾ। ਸੋ ਅਗਲੀ ਗੱਲ ਹੈ ਕਿ ਸਾਰਕ ਬਣਿਆ, ਸਾਰਕ ਦਾ ਉਦੇਸ਼ ਕੀ ਹੈ, ਕਿਉਂ ਬਣਾਇਆ ਗਿਆ ਸਾਰਕ? ਇਹਦੇ ਵਿੱਚ ਸਾਰਕ ਨੇ ਕੁਛ ਆਪਣੇ ਉਦੇਸ਼ ਰੱਖੇ ਨੇਗੇ। ਸਾਰਕ ਦੇ ਖੇਤਰ ਦੇ ਵਿੱਚ ਮਤਲਬ ਜਿੰਨੇ ਵੀ ਦੇਸ਼ ਆਉਂਦੇ ਨੇ ਦੱਖਣੀ ਏਸ਼ੀਆ ਦੇ, ਉਸ ਖੇਤਰ ਦੇ ਲੋਕਾਂ ਦੇ ਭਲੇ ਲਈ ਕੰਮ ਕਰਨੇ, ਖੇਤਰ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ। ਇਸ ਖੇਤਰ ਦੇ ਵਿੱਚ ਹਰ ਖੇਤਰ ਦੇ ਵਿੱਚ ਭਾਵ ਆਰਥਿਕ, ਸਮਾਜਿਕ, ਰਾਜਨੀਤਿਕ ਔਰ ਸੱਭਿਆਚਾਰ ਖੇਤਰ ਦੇ ਵਿੱਚ ਉੱਨਤੀ ਦੀ ਗੱਲ ਕਰਨਾ। ਖੇਤਰ ਤੋਂ ਬਾਹਰੀ ਦੇਸ਼ਾਂ ਨਾਲ ਸਹਿਯੋਗ ਵਧਾਉਣਾ, ਜਿਹੜੇ ਵਿਕਾਸਸ਼ੀਲ ਦੇਸ਼ ਨੇ ਇਸ ਖੇਤਰ ਤੋਂ ਦੱਖਣੀ ਏਸ਼ੀਆ ਤੋਂ ਬਾਹਰ ਨੇ, ਉਹਨਾਂ ਨਾਲ ਵੀ ਸਹਿਯੋਗ ਵਧਾਉਣ ਦੀ ਗੱਲ ਕੀਤੀ ਗਈ। ਵਿਸ਼ਵ ਦੇ ਵੱਖ-ਵੱਖ ਮੰਚਾਂ ਦੇ ਉੱਤੇ ਸਾਰਕ ਦੇਸ਼ਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਕੰਮ ਕੀਤਾ ਜਾਊਗਾ। ਇਸ ਸੰਬੰਧੀ ਵੀ ਇਸ ਸਾਰਕ ਦੇ ਉਦੇਸ਼ 'ਚ ਰੱਖਿਆ ਗਿਆ ਇਹਨੂੰ ਵੀ। ਔਰ ਇਹਦੇ ਵਿੱਚ ਇਹ ਵੀ ਰੱਖਿਆ ਗਿਆ ਕਿ ਆਪਸੀ ਵਿਸ਼ਵਾਸ ਨੂੰ ਵਧਾਉਣ 'ਤੇ ਕੰਮ ਕੀਤਾ ਜਾਊਗਾ। ਸਾਰਕ ਦੇ ਦੇਸ਼ ਆਪਸ ਵਿੱਚ ਇੱਕ ਦੂਜੇ 'ਤੇ ਵਿਸ਼ਵਾਸ ਕਰਨਗੇ ਔਰ ਆਪਸ ਦੇ ਵਿੱਚ ਸਾਰਕ ਦੇ ਦੇਸ਼ ਨੇ ਜਿਹੜੇ ਸਹਿਯੋਗ ਦੇ ਨਵੇਂ ਖੇਤਰਾਂ ਦਾ ਪਤਾ ਲਾਉਣਗੇ, ਤਾਂ ਕਿ ਨਵੇਂ-ਨਵੇਂ ਖੇਤਰਾਂ ਦੇ ਵਿੱਚ ਸਾਰਕ ਦਾ ਸਹਿਯੋਗ ਸਥਾਪਿਤ ਕੀਤਾ ਜਾ ਸਕੇ। ਔਰ ਆਪਣੇ ਖੇਤਰ ਦੇ ਲੋਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਾ, ਯਾਨੀ ਕਿ ਇੱਕ ਜੇ ਮਜ਼ਦੂਰ ਹੈ ਤਾਂ ਮਜ਼ਦੂਰ ਦੀ ਐਫੀਸ਼ੀਐਂਸੀ ਨੂੰ ਵਧਾਉਣਾ, ਉਹਨੂੰ ਹਾਈਟੈਕ ਕਰਨਾ, ਇਸ ਤਰੀਕੇ ਨਾਲ ਕਾਰਜਕੁਸ਼ਲਤਾ ਨੂੰ ਵਾਧਾ ਕਰਨ ਦੀ ਗੱਲ ਕੀਤੀ ਗਈ। ਮੇਨ ਇਹ ਮੋਟੇ-ਮੋਟੇ ਸਿਧਾਂਤ ਰੱਖੇ ਗਏ, ਜਿਹੜਾ ਸੀਗਾ ਬਣਾਏ ਗਏ, ਉਦੇਸ਼ ਰੱਖੇ ਗਏ। ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਸਾਰਕ ਦੇ ਸਿਧਾਂਤ ਕਿਹੜੇ-ਕਿਹੜੇ ਨੇ, ਪ੍ਰਿੰਸੀਪਲ ਕਿਹੜੇ-ਕਿਹੜੇ ਪ੍ਰਿੰਸੀਪਲਸ ਦੇ ਉੱਤੇ ਸਾਰਕ ਕੰਮ ਕਰਦਾ। ਜਿੰਨੇ ਵੀ ਦੱਖਣੀ ਏਸ਼ੀਆ ਦੇ ਦੇਸ਼ ਨੇ ਉਹਨਾਂ ਨੇ ਰੱਖਿਆ ਕਿ ਬਈ ਪਹਿਲੀ ਗੱਲ ਤਾਂ ਆਪਾਂ ਇੱਕ ਦੂਜੇ ਦੀ ਪ੍ਰਭੂ ਸੱਤਾ ਦਾ ਸਨਮਾਨ ਕਰਨਾ, ਇੱਕ ਦੂਜੇ ਦੀ ਆਜ਼ਾਦੀ ਦਾ ਸਨਮਾਨ ਕਰਨਾ। ਇੱਕ ਦੂਜੇ ਦੇ ਸਨਮਾਨ ਕੀਤੇ ਤੋਂ ਬਿਨਾਂ ਜਿਹੜਾ ਹੈ ਆਪਾਂ ਅੱਗੇ ਨਹੀਂ ਵੱਧ ਸਕਦੇ। ਭੂਗੋਲਿਕ ਅਖੰਡਤਾ ਰੱਖਣੀ ਹੈ, ਭੂਗੋਲਿਕ ਜਿੰਨਾ ਵੀ ਇਹ ਦੱਖਣੀ ਏਸ਼ੀਆ ਦੇ ਲੋਕ ਨੇ ਸਾਰੇ ਰਲ ਮਿਲ ਕੇ ਰਹਿਣਗੇ ਔਰ ਰਾਜਨੀਤਿਕ ਆਜ਼ਾਦੀ ਇਹਨਾਂ ਨੂੰ ਦਿੱਤੀ ਜਾਊਗੀ, ਰਾਜਨੀਤਿਕ ਸੁਤੰਤਰਤਾ ਹੋਏਗੀ। ਆਪਸੀ ਲਾਭ ਅਨੁਸਾਰ ਕੰਮ ਕਰਨਗੇ, ਇੱਕ ਦੂਜੇ ਦਾ ਮਿਊਚੁਅਲ ਫਾਇਦਾ ਇਸ ਤਰੀਕੇ ਨਾਲ ਕੰਮ ਕਰਨਗੇ ਕਿ ਇੱਕ ਦੂਜੇ ਦਾ ਫਾਇਦਾ ਹੋਵੇ। ਇਹ ਸਾਰਕ ਦੇ ਸਿਧਾਂਤਾਂ ਵਿੱਚ ਰੱਖਿਆ ਗਿਆ। ਔਰ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਗੇ। ਜਿਹੜੇ ਦੇਸ਼ਾਂ ਦੇ ਆਪਸੀ ਅੰਦਰੂਨੀ ਮਸਲੇ ਹੁੰਦੇ ਨੇ, ਦੂਜਾ ਦੇਸ਼ ਉਹਦੇ ਵਿੱਚ ਦਖਲ ਨਹੀਂ ਦੇਊਗਾ। ਦੋ ਪੱਖੀ ਅਤੇ ਬਹੁਪੱਖੀ ਸੰਧੀਆਂ ਜਿਹੜੀਆਂ ਦੇਸ਼ਾਂ ਨੇ ਪਹਿਲਾਂ ਕੀਤੀਆਂ ਹੈਗੀਆਂ ਨੇ, ਉਹਦੇ ਵਿੱਚ ਸਹਿਯੋਗ ਕੀਤਾ ਜਾਊਗਾ, ਨਾ ਕਿ ਉਹਨਾਂ ਦਾ ਵਿਰੋਧ ਕੀਤਾ ਜਾਊਗਾ। ਔਰ ਆਖਰੀ ਗੱਲ ਹੈ ਕਿ ਦੋ ਪੱਖੀ ਅਤੇ ਬਹੁਪੱਖੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਾਂ ਸੰਧੀਆਂ ਨੇ, ਉਹਨਾਂ ਦਾ ਵਿਰੋਧ ਨਹੀਂ ਕੀਤਾ ਜਾਊ, ਸਗੋਂ ਸਹਿਯੋਗ ਕੀਤਾ ਜਾਊ। ਔਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਇਹ ਗੱਲ ਰੱਖੀ ਗਈ ਕਿ ਸਾਰੇ ਫੈਸਲੇ ਨੇ ਜਿਹੜੇ ਉਹ ਸਰਬਸੰਮਤੀ ਨਾਲ ਲਏ ਜਾਣਗੇ, ਉਹਦੇ ਵਿੱਚ ਕੋਈ ਵੋਟਿੰਗ ਨਹੀਂ ਰੱਖੀ ਜਾਊਗੀ। ਭਾਈਚਾਰਕ ਤੌਰ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ। ਜਿਹੜਾ ਆਰਗੇਨਾਈਜੇਸ਼ਨ ਹੈ ਸਾਰਕ ਦਾ, ਉਹ ਆਰਗੇਨਾਈਜੇਸ਼ਨ ਦੇ ਵਿੱਚ ਪਹਿਲੀ ਗੱਲ ਤਾਂ ਹੈਗੀ ਹੈ ਜਿਹੜਾ ਸਿਖਰ ਸੰਮੇਲਨ ਹੈ ਜਿਹੜਾ ਇਹਦਾ ਰੱਖਿਆ ਗਿਆ, ਜਿਹਨੂੰ ਅਸੀਂ ਸਮਿਟ ਕਾਨਫਰੰਸ ਬੋਲਦੇ ਹਾਂ। ਇਹਦੇ ਵਿੱਚ ਅਨੁਛੇਦ 3 ਵਿੱਚ ਦੱਸਿਆ ਕਿ ਹਰ ਇੱਕ ਸਾਲ ਇੱਕ ਸਿਖਰ ਸੰਮੇਲਨ ਹੋਣਾ ਜ਼ਰੂਰੀ ਹੈ। ਇਹਦੇ ਵਿੱਚ ਸਾਰਕ ਦੇਸ਼ਾਂ ਦੇ ਜਿਹੜੇ ਮੁਖੀ ਨੇ ਉਹ ਭਾਗ ਲੈਣਗੇ। ਜੇਕਰ ਕੋਈ ਮੁਖੀ ਭਾਗ ਨਹੀਂ ਲੈ ਪਾਉਂਦਾ ਤਾਂ ਬੈਠਕ ਨੂੰ ਮੁਲਤਵੀ ਕਰ ਦਿੱਤਾ ਜਾਂਦਾ। ਔਰ ਜਿਹੜਾ ਹੈਗਾ ਗਾ ਇਹ ਜਿਹੜਾ ਹੈਗਾ ਇਹ ਮੇਨ ਸੰਗਠਨ ਹੈਗਾ, ਸਿਖਰ ਸੰਮੇਲਨ ਹੈਗਾ ਜਿਹੜਾ ਇਹ ਸਾਲ ਦੇ ਵਿੱਚ ਇੱਕ ਹੁੰਦਾ। ਇਹਦੇ ਵਿੱਚ ਸਾਰੀਆਂ ਜਿਹੜੀਆਂ ਪਾਲਿਸੀ 'ਤੇ ਡਿਸਕਸ ਹੁੰਦੀ ਹੈ। ਇੱਕ ਇਹਦੀ ਮੰਤਰੀ ਪਰਿਸ਼ਦ ਹੈ, ਜਿੰਨੇ ਵੀ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀ ਨੇ ਉਹਨੂੰ ਮੰਤਰੀ ਪਰਿਸ਼ਦ ਕਿਹਾ ਜਾਂਦਾ ਹੈ। ਇਹ ਜਿਹੜੀ ਮੰਤਰੀ ਪਰਿਸ਼ਦ ਹੈ ਇਹਦੀ ਬੈਠਕ 6 ਮਹੀਨੇ ਵਿੱਚ ਹੋਣੀ ਜ਼ਰੂਰੀ ਹੈ, ਪਰੰਤੂ ਲੋੜ ਪੈਣ 'ਤੇ ਕਦੋਂ ਵੀ ਬੁਲਾਈ ਜਾ ਸਕਦੀ ਹੈ। ਇਹ ਜਿਹੜੀ ਮੰਤਰੀ ਪਰਿਸ਼ਦ ਹੈ ਇਹ ਕਿਸ ਤਰ੍ਹਾਂ ਦੀ ਕੰਮ ਕਰਦੀ ਹੈ? ਇਹ ਸੰਘ ਦੀ ਨੀਤੀ ਮਤਲਬ ਸੰਗਠਨ ਦੀ ਨੀਤੀ ਨਿਰਧਾਰਿਤ ਕਰਦੀ ਹੈ, ਸਧਾਰਨ ਹਿੱਤਾਂ ਦੇ ਵਿਸ਼ਿਆਂ ਦੇ ਸੰਬੰਧੀ ਫੈਸਲੇ ਲੈਂਦੀ ਹੈ ਔਰ ਸਹਿਯੋਗ ਦੇ ਨਵੇਂ ਖੇਤਰਾਂ ਦੀ ਖੋਜ ਕਰਦੀ ਹੈ, ਜਾਂ ਹੋਰ ਸਾਰੇ ਕੰਮ ਜਿਹੜੇ ਨੂੰ ਮੌਕੇ 'ਤੇ ਸੌਂਪੇ ਜਾਂਦੇ ਨੇ। ਇੱਕ ਇਹਦੇ ਵਿੱਚ ਸਥਾਈ ਸੰਮਤੀ ਦੀ ਵਿਵਸਥਾ ਕੀਤੀ ਗਈ ਹੈ ਅਨੁਛੇਦ 5 ਦੇ ਵਿੱਚ। ਇਹਦੇ ਵਿੱਚ ਜਿੰਨੇ ਵੀ ਮੈਂਬਰ ਦੇਸ਼ਾਂ ਦੇ ਸਕੱਤਰ ਨੇ ਜਿਹੜੇ ਸਥਾਈ ਸੰਮਤੀ ਦੇ ਵਿੱਚ ਉਹ ਹਿੱਸਾ ਲੈਂਦੇ ਨੇ, ਸਕੱਤਰਾਂ ਨੂੰ ਸਥਾਈ ਸੰਮਤੀ ਦੇ ਵਿੱਚ ਰੱਖਿਆ ਗਿਆ। ਔਰ ਇਹਦੀਆਂ ਬੈਠਕਾਂ ਕਦੋਂ ਵੀ ਬੁਲਾਈਆਂ ਜਾ ਸਕਦੀਆਂ ਲੋੜ ਪੈਣ 'ਤੇ।
ਸਹਿਯੋਗ ਦੇ ਪ੍ਰੋਗਰਾਮ ਨੂੰ ਨਿਰਧਾਰਿਤ ਕਰਦੀ ਹੈ ਇਹ ਜਿਹੜੀ ਸਟੈਂਡਿੰਗ ਕਮੇਟੀ ਹੈ, ਔਰ ਖੇਤਰੀ ਪਹਿਲਤਾਵਾਂ ਨੂੰ ਨਿਰਧਾਰਿਤ ਕਰਦੀ ਹੈ, ਔਰ ਅਧਿਐਨ ਦੇ ਆਧਾਰ 'ਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਹਿਚਾਣ ਕਰਦੀ ਹੈ। ਉਸ ਤੋਂ ਬਾਅਦ ਹੈਗੀ ਹੈ ਕਾਰਜਕਾਰੀ ਸੰਮਤੀ। ਕਾਰਜਕਾਰੀ ਸੰਮਤੀ ਦੇ ਵਿੱਚ ਉੱਚ ਅਧਿਕਾਰੀ ਸ਼ਾਮਲ ਹੁੰਦੇ ਨੇ, ਜਿਹੜੇ ਕਿ ਸਥਾਈ ਸੰਮਤੀ ਦੀ ਬੈਠਕ ਤੋਂ ਪਹਿਲਾਂ ਉਹ ਬੈਠਕ ਕਰਦੇ ਨੇ। ਜਿਹੜੇ ਆਫੀਸ਼ੀਅਲ ਬਿਊਰੋਕ੍ਰੇਸੀ ਹੁੰਦੀ ਹੈ ਇਹਦੇ ਵਿੱਚ ਉਹ ਬੰਦੇ ਸ਼ਾਮਲ ਹੁੰਦੇ ਨੇ। ਇਹ ਜਿਹੜੀ ਕਾਰਜਕਾਰੀ ਸੰਮਤੀ ਹੈ ਇਹ ਆਪਣੀ ਰਿਪੋਰਟ ਸਥਾਈ ਸੰਮਤੀ ਨੂੰ ਦਿੰਦੀ ਹੈ। ਉਹਦੇ ਬੇਸਿਸ ਦੇ ਉੱਤੇ ਜਿਹੜੀ ਫਿਰ ਮੰਤਰੀ ਪਰਿਸ਼ਦ ਨੂੰ ਰਿਪੋਰਟ ਭੇਜੀ ਜਾਂਦੀ ਹੈ। ਇਹਦੇ ਵਿੱਚ ਦੋਸਤੋ ਬਹੁਤ ਸਾਰੀਆਂ ਤਕਨੀਕੀ ਸੰਮਤੀਆਂ ਬਣਾਈਆਂ ਗਈਆਂ ਨੇ, ਜਿਵੇਂ 6 ਅਨੁਛੇਦ ਦੇ ਵਿੱਚ ਲਿਖਿਆ ਗਿਆ ਕਿ ਕਿਸੇ ਵੀ ਖੇਤਰ ਦੇ ਵਿੱਚ ਕੋਈ ਤਾਲਮੇਲ ਕਰਨਾ, ਉਸ ਖੇਤਰ ਦੇ ਮਾਹਿਰ ਇਹਨਾਂ ਸਮਿਤੀਆਂ ਦੇ ਵਿੱਚ ਰੱਖੇ ਜਾਂਦੇ ਨੇ। ਜੇ ਆਰਥਿਕ ਖੇਤਰ ਦੇ ਸਹਿਯੋਗ ਕਰਨਾ ਤਾਂ ਆਰਥਿਕ ਖੇਤਰ ਦੇ ਮਾਹਿਰ ਰੱਖੇ ਜਾਂਦੇ ਨੇ, ਜਿਸ ਵੀ ਖੇਤਰ ਦੇ ਵਿੱਚ ਸਹਿਯੋਗ ਕਰਨਾ ਹੈਗਾ। ਫਿਰ ਇਹਦੀ ਅੱਗੇ ਸਕੱਤਰੇਤ ਆ ਜਾਂਦੀ ਹੈ। ਸਾਰਕ ਦੇ ਅਨੁਛੇਦ 8 ਦੇ ਵਿੱਚ ਇੱਕ ਸਕੱਤਰੇਤ ਬਣਾਈ ਗਈ ਹੈ। ਸਕੱਤਰੇਤ ਦਾ ਜਿਹੜਾ ਮੁੱਖ ਦਫ਼ਤਰ ਹੈ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਬਣਾਇਆ ਗਿਆ, ਔਰ ਇਹ 1987 ਨੂੰ ਬਣਾਇਆ ਗਿਆ ਸੀਗਾ। ਸਕੱਤਰੇਤ ਦਾ ਇੱਕ ਮਹਾ ਸਕੱਤਰ ਹੁੰਦਾ ਹੈ, ਜਿਹੜਾ ਕਿ 2 ਸਾਲ ਲਈ ਮੈਂਬਰ ਰਾਸ਼ਟਰਾਂ ਦੇ ਵਿੱਚੋਂ ਹੀ ਚੁਣਿਆ ਜਾਂਦਾ ਹੈ। ਸਾਰਿਆਂ ਦੀ ਵਾਰੀ ਵਾਰੀ 2 ਸਾਲ ਦੀ ਸਕੱਤਰ ਬਣਦੇ ਨੇ ਸਾਰੇ। ਹਰੇਕ ਵਿਭਾਗ ਦੇ ਉਹਦੇ ਵਿੱਚ ਅੱਗੇ ਸਕੱਤਰੇਤ ਦੇ ਵਿੱਚ ਵੱਖ ਵੱਖ ਵਿਭਾਗ ਹੁੰਦੇ ਨੇ, ਔਰ ਜਿਹੜਾ ਮੁੱਖ ਸਕੱਤਰੇਤ ਹੈ ਉਹਦੇ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਨੇਗੇ ਕਿ ਸਾਰਕ ਦੇ ਪ੍ਰੋਗਰਾਮ ਦੇ ਵਿੱਚ ਤਾਲਮੇਲ ਪੈਦਾ ਕਰਨਾ, ਸਾਰਕ ਦੇ ਅੰਗਾਂ ਦੀਆਂ ਬੈਠਕਾਂ ਦਾ ਪ੍ਰਬੰਧ ਕਰਨਾ, ਔਰ ਜਿਹੜਾ ਹੈਗਾ ਗਾ ਰਿਕਾਰਡ ਰੱਖਣਾ ਸਾਰਾ ਕਾਰਵਾਈਆਂ ਦਾ, ਆਉਣ ਵਾਲੇ ਜਿਹੜਾ ਹੈਗਾ ਸੰਮੇਲਨ ਦੀ ਵਿਸ਼ਾ ਸੂਚੀ 'ਤੇ ਸਥਾਨ ਫਿਕਸ ਕਰਨਾ, ਔਰ ਉਹ ਸਾਰੇ ਹੋਰ ਵੀ ਕੰਮ ਜਿਹੜੇ ਇਹਨੂੰ ਸਮੇਂ ਸਮੇਂ 'ਤੇ ਸੌਂਪੇ ਜਾਂਦੇ ਨੇ। ਦੋਸਤੋ ਜਿਹੜਾ ਅੱਗੇ ਹੈਗਾ ਵਿੱਤੀ ਪ੍ਰਬੰਧ, ਕਿ ਸਾਰਕ ਦਾ ਵਿੱਤੀ ਪ੍ਰਬੰਧ ਕਿਸ ਤਰ੍ਹਾਂ ਦਾ ਹੈ। ਇਹਦੇ ਵਿੱਚ ਹਰ ਇੱਕ ਰਾਸ਼ਟਰ ਹੈਗਾ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਵਿੱਤ ਦਾ ਯੋਗਦਾਨ ਪਾਉਂਦਾ। ਜਿਵੇਂ ਭਾਰਤ ਵੱਡਾ ਦੇਸ਼ ਹੈ, ਉਹ 32% ਹਿੱਸਾ, ਪਾਕਿਸਤਾਨ 25%, ਜਿੰਨਾ ਵੀ ਖਰਚਾ ਹੁੰਦਾ ਉਸ ਤਰੀਕੇ ਨਾਲ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ 11%, ਭੂਟਾਨ ਅਤੇ ਮਾਲਦੀਵ 5% ਹਿੱਸਾ ਪਾਉਂਦੇ ਨੇ। ਜਿੱਥੋਂ ਤੱਕ ਮੈਂਬਰਸ਼ਿਪ ਦੀ ਗੱਲ ਹੈ, ਇਹਦੇ ਪਹਿਲੇ ਮੈਂਬਰ ਸੀਗੇ ਜਿਹੜੇ ਮੁੱਢਲੇ 7 ਮੈਂਬਰ ਸੀਗੇ, ਬਾਅਦ ਦੇ ਵਿੱਚ ਅਫਗਾਨਿਸਤਾਨ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਹਨਾਂ ਦੀ ਗਿਣਤੀ 8 ਹੋ ਗਈ ਸੀ। ਜਦੋਂ ਇਹਨਾਂ ਦੇ ਸਾਰਕ ਸੰਮੇਲਨ ਹੁੰਦੇ ਨੇ ਤਾਂ ਬਹੁਤ ਸਾਰੇ ਹੋਰ ਦੇਸ਼ਾਂ ਨੂੰ ਵੀ ਸੱਦੇ ਦੇ ਕੇ ਐਜ ਏ ਗੈਸਟ ਉਹਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ ਹੈਗਾ। ਸੋ ਦੋਸਤੋ ਸਾਰਕ ਹੈ ਜਿਹੜਾ, ਸਾਰਕ ਦੀ ਪੜਚੋਲ ਦਾ ਮਤਲਬ ਹੈ ਕਿ ਸਾਰਕ ਕੀ ਆਪਣੇ ਉਦੇਸ਼ਾਂ ਦੇ ਵਿੱਚ ਸਫਲ ਰਿਹਾ ਹੈ, ਜਿਸ ਤਰੀਕੇ ਨਾਲ ਸਾਰਕ ਨੂੰ ਬਣਾਇਆ ਗਿਆ ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ, ਕੀ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਹੈ, ਕੀ ਜਿਹੜੇ ਸਹਿਯੋਗ ਦੇ ਖੇਤਰ ਰਾਜਨੀਤਿਕ, ਆਰਥਿਕ, ਸਮਾਜਿਕ ਜਾਂ ਸੱਭਿਆਚਾਰਕ ਖੇਤਰ ਦੇ ਵਿੱਚ ਬਣਾਉਣੇ ਸੀ, ਕੀ ਉਹ ਸਫਲ ਹੋ ਪਾਏ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹਦੀ ਪੜਚੋਲ ਦੇ ਵਿੱਚ ਇਹ ਆ ਜਾਂਦੀ ਹੈ ਕਿ ਸਾਰਕ ਹੈ ਜਿਹੜਾ, ਇਹਦੇ ਵਿੱਚ ਜਿਹੜੇ ਦੱਖਣੀ ਏਸ਼ੀਆ ਦੇ ਦੇਸ਼ ਸ਼ਾਮਲ ਨੇ ਉਹ ਆਪਸ ਦੇ ਵਿੱਚ ਉਹਨਾਂ ਦੇ ਲੜਾਈ ਝਗੜੇ ਰਹਿੰਦੇ ਨੇ, ਖਾਸ ਤੌਰ 'ਤੇ ਜਿਵੇਂ ਭਾਰਤ ਪਾਕਿਸਤਾਨ ਹੈ, ਔਰ ਇਹਨਾਂ ਦੀ ਸੁਰੱਖਿਆ ਦੀ ਵੀ ਬੜੀ ਵੱਡੀ ਸਮੱਸਿਆ ਰਹਿੰਦੀ ਹੈ। ਇੱਕ ਦੂਜੇ 'ਤੇ ਵਿਸ਼ਵਾਸ ਨਹੀਂ ਕਰਦੇ ਇਹ ਦੇਸ਼ ਦੱਖਣੀ ਏਸ਼ੀਆ 'ਤੇ, ਇਸੇ ਕਰਕੇ ਇਹਨਾਂ ਦੇ ਵਿੱਚ ਸਹਿਯੋਗ ਬਹੁਤਾ ਜਿਹੜਾ ਹੈ ਵਧੀਆ ਨਹੀਂ ਹੈਗਾ ਗਾ। ਔਰ ਭਾਰਤ ਇਹਦੇ ਵਿੱਚ ਇੱਕ ਮੁੱਖ ਸਥਿਤੀ ਹੈ, ਭਾਰਤ ਦੀ ਵੱਡਾ ਦੇਸ਼ ਹੈ ਭਾਰਤ, ਔਰ ਇਸ ਕਰਕੇ ਇਹਦੇ ਵਿੱਚ ਭਾਰਤ ਨੂੰ ਆਪਾਂ ਕਹਿੰਦੇ ਹਾਂ ਕਿ ਵੱਡਾ ਦੇਸ਼ ਹੋਣ ਕਾਰਨ ਵਿਰੋਧੀ ਜਿਹੜੇ ਜਿਵੇਂ ਪਾਕਿਸਤਾਨ ਹੈ ਜਾਂ ਹੋਰ ਵੀ ਛੋਟੇ ਛੋਟੇ ਸਾਡੇ ਗੁਆਂਢੀ ਦੇਸ਼ ਨੇ, ਉਹਨੇ ਬਹੁਤ ਹੀ ਵਧੀਆ ਸਾਡੀ ਟਿਊਨਿੰਗ ਉਹਨਾਂ ਨਾਲ ਨਹੀਂ ਹੈ ਸਾਰਕ ਦੇ ਵਿੱਚ। ਸੋ ਇਸ ਕਰਕੇ ਇਹ ਇੱਥੇ ਬੜੀ ਸਮੱਸਿਆ ਹੈਗੀ ਹੈ। ਔਰ ਬਾਕੀ ਜਿੰਨੇ ਵੀ ਮੈਂਬਰ ਹੈਗੇ ਨੇ ਇਹਦੇ ਸਾਰਕ ਦੇ ਵਿੱਚ, ਉਹਨਾਂ ਦੇ ਉਦੇਸ਼ ਵੱਖਰੇ ਵੱਖਰੇ ਨੇ, ਰਾਜਨੀਤਿਕ ਤੌਰ 'ਤੇ ਉਹਨਾਂ ਦਾ ਸਿਸਟਮ ਵੱਖਰਾ ਵੱਖਰਾ ਹੈ, ਲੋਕਤੰਤਰੀ ਤਰੀਕਿਆਂ ਨਾਲ ਬਹੁਤਾ ਵਧੀਆ ਉਹਨਾਂ ਦਾ ਸਿਸਟਮ ਨਹੀਂ ਚੱਲਦਾ। ਔਰ ਇੱਥੇ ਜਿਹੜੀ ਦੱਖਣੀ ਏਸ਼ੀਆ ਦੇ ਲੋਕ ਨੇ ਬਹੁਤੇ ਪੜ੍ਹੇ ਲਿਖੇ ਨਹੀਂ ਹੈਗੇ, ਟੈਕਨੀਕ ਹੈ ਜਿਹੜੀ ਬਹੁਤੀ ਵਿਕਸਿਤ ਨਹੀਂ ਹੋਈ, ਔਰ ਲੋਕ ਜਿਹੜੇ ਹੈਗੇ ਨੇ ਲੋਕਾਂ ਦੇ ਅੰਦਰੋਂ ਪੁਰਾਤਨ ਵਿਚਾਰਧਾਰਾਵਾਂ, ਔਰ ਉਹ ਜਿਹੜੇ ਹੈਗੇ ਨੇ ਈਗੋਇਸਟਿਕ ਚੀਜ਼ਾਂ ਬਣੀਆਂ ਹੋਈਆਂ ਨੇ, ਨਸਲੀ ਸਮੱਸਿਆਵਾਂ ਬੜੀਆਂ ਨੇ ਜਿਹੜੀਆਂ ਸਾਰਕ ਨੂੰ ਆ ਰਹੀਆਂ ਨੇ, ਨਸਲ ਦੇ ਆਧਾਰ 'ਤੇ ਇੱਕ ਦੂਜੇ ਦੇ ਵਿੱਚ ਵਿਸ਼ਵਾਸ ਹੈ ਨਹੀਂ ਗਾ ਬਿਲਕੁਲ ਵੀ। ਔਰ ਬਾਕੀ ਗੱਲ ਇਹ ਸਾਰੇ ਦੇਸ਼ ਬਹੁਤੇ ਅਮੀਰ ਨਹੀਂ, ਗਰੀਬ ਦੇਸ਼ ਨੇ, ਇਸੇ ਕਰਕੇ ਇਹਨਾਂ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਉਹ ਦਖਲਅੰਦਾਜ਼ੀ ਕਰ ਜਾਂਦੇ ਨੇ, ਉਹਦੇ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇਗੀਆਂ। ਔਰ ਦੂਸਰੀ ਜਿਹੜੀ ਲਾਸਟ 'ਤੇ ਆਪਾਂ ਗੱਲ ਕਰ ਸਕਦੇ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਆਪਾਂ ਸਾਰਾ ਦੇ ਰੂਪ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਹੀ ਵਧੀਆ ਅੰਡਰਸਟੈਂਡਿੰਗ ਨਹੀਂ ਹੈ। ਇਹਦੀ ਪੜਚੋਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇਹਦੀਆਂ ਸਮੱਸਿਆਵਾਂ ਵੀ ਇਹੀ ਨੇਗੀਆਂ। ਪਰ ਫਿਰ ਵੀ ਸਾਰਕ ਹੈ ਜਿਹੜੀ ਉਹਨੇ ਪ੍ਰਾਪਤੀਆਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸਾਰਕ ਦੀਆਂ ਕੀ ਪ੍ਰਾਪਤੀਆਂ ਨੇ, ਫਿਰ ਵੀ ਉਹਨੇ ਕੁਛ ਹੱਦ ਤੱਕ ਠੀਕ ਕੰਮ ਕੀਤਾ ਹੈਗਾ ਗਾ, ਕੁਛ ਸਿਗਨੀਫਿਕੈਂਸ ਕੰਮ ਕੀਤਾ ਹੈਗਾ ਗਾ। ਦੱਖਣੀ ਏਸ਼ੀਆਈ ਵਿਕਾਸ ਕੋਸ਼ ਦੀ ਸਥਾਪਨਾ ਕੀਤੀ, ਇੱਕ ਫੰਡ ਬਣਾਇਆ ਜਿਹੜਾ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਸਰਕਾਰਾਂ ਵਰਤ ਸਕਦੀਆਂ ਨੇ। ਇਹਦੇ ਵਿੱਚ ਦੂਸਰੇ ਜਿਹੜਾ ਹੈਗਾ 5 ਮਿਲੀਅਨ ਇੱਕ ਵਾਰੀ ਰਾਸ਼ੀ ਰੱਖੀ ਗਈ ਸੀ, ਅਤੇ ਬਾਅਦ ਵਿੱਚ ਇਹਨੂੰ ਵਧਾ ਘਟਾ ਲਿਆ ਜਾਊਗਾ, ਇਸ 'ਤੇ ਵੀ ਗੱਲ ਕੀਤੀ ਜਾਊਗੀ।
ਇੱਕ ਇਹਨਾਂ ਨੇ ਸਾਪਟਾ ਅਤੇ ਸਾਫਟਾ ਜਿਹੜਾ ਹੈਗਾ ਗਾ ਫਾਰਮੇਸ਼ਨ ਆਫ ਸਾਊਥ ਏਸ਼ੀਅਨ ਪ੍ਰੈਫਰੈਂਸ਼ੀਅਲ ਟ੍ਰੇਡ ਐਗਰੀਮੈਂਟ ਹੋਇਆ, ਇੱਕ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਇਹਨਾਂ ਦਾ। ਇਹਦੇ ਵਿੱਚ ਕੀ ਹੈਗਾ ਕਿ ਸਾਪਟਾ ਅਤੇ ਸਾਫਟਾ ਹੈਗਾ ਜਿਹੜਾ ਇਹਦੇ ਨਾਲ ਜਿਹੜੇ ਟੈਕਸਿਸ ਸੀਗੇ ਜਿਹੜੇ ਬਾਰਡਰ ਦੇ ਉੱਤੇ ਲੱਗਦੇ ਸੀ ਉਹ ਘੱਟ ਕੀਤੇ ਗਏ ਨੇ। ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਆਦਾਨ ਪ੍ਰਦਾਨ ਨੂੰ, ਆਰਥਿਕ ਆਦਾਨ ਪ੍ਰਦਾਨ ਨੂੰ ਵਧਾਇਆ ਗਿਆ ਗਾ। ਕੁਛ ਹੱਦ ਤੱਕ ਇਸ ਮਸਲੇ 'ਤੇ ਦੱਖਣੀ ਏਸ਼ੀਆ ਦੇਸ਼ ਸਫਲ ਹੋਏ ਨੇ ਔਰ ਇੱਕ ਦੂਜੇ ਨੂੰ ਬਹੁਤ ਜਿਹੜੇ ਸਿਖਰ ਸੰਮੇਲਨ ਹੋਏ ਨੇ ਇੱਕ ਦੂਜੇ ਨੂੰ ਸਹਿਯੋਗ ਦੇ ਰਹੇ ਨੇ ਇਹ ਸਾਰੇ ਦੇਸ਼। ਹੋ ਸਕਦਾ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਕੰਮ ਕਰਨ। ਔਰ ਕੁਝ ਵਡਮੁੱਲੀਆਂ ਇਹਨਾਂ ਨੇ ਸੰਸਥਾਵਾਂ ਵੀ ਬਣਾਈਆਂ ਨੇ, ਰਿਸਰਚ ਇੰਸਟੀਚਿਊਟ ਸਥਾਪਿਤ ਕੀਤੇ ਨੇ, ਵੱਖ ਵੱਖ ਜਿਹੜੀਆਂ ਹੈਗੀਆਂ ਨੇਗੀਆਂ ਜਿਹੜੀਆਂ ਸਿੱਖਿਆ ਦੇ ਖੇਤਰ ਦੇ ਵਿੱਚ, ਸੱਭਿਆਚਾਰ ਦੇ ਖੇਤਰ ਦੇ ਵਿੱਚ ਇਹਨਾਂ ਨੇ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈਗਾ। ਕੁਝ ਦਿਨਾਂ ਨੂੰ, ਕੁਝ ਸਾਲਾਂ ਨੂੰ ਇਹ ਮਨਾਉਂਦੇ ਨੇਗੇ, ਜਿਵੇਂ ਵਪਾਰ ਨੂੰ ਲੈ ਕੇ ਔਰ ਗਰਲ ਚਾਈਲਡ ਨੂੰ ਲੈ ਕੇ ਔਰ ਇਨਵਾਇਰਮੈਂਟ ਨੂੰ ਲੈ ਕੇ, ਇਸ ਤਰ੍ਹਾਂ ਸਾਲ ਦਰ ਸਾਲ ਇਹ ਮਨਾਉਂਦੇ ਹੈਗੇ ਨੇ। ਔਰ ਈਅਰ ਆਫ ਡਿਸੇਬਲਡ ਪਰਸਨ ਜਿਹੜੇ ਹੈਗੇ ਨੇ, ਆਪਾਂ ਕਹਿ ਸਕਦੇ ਹਾਂ ਕਿ ਅਪੰਗ ਲੋਕਾਂ ਦੀਆਂ ਸਮੱਸਿਆਵਾਂ ਦੇ ਉੱਤੇ ਵੀ ਇਹਨਾਂ ਨੇ ਸਮੇਂ ਸਮੇਂ 'ਤੇ ਇਹ ਸਵਾਲ ਉਠਾਉਂਦੇ ਰਹਿੰਦੇ ਨੇ ਅਤੇ ਉਹਨਾਂ ਮੁੱਦਿਆਂ ਨੂੰ ਉਭਾਰ ਕੇ ਉਹਨਾਂ ਦੇ ਹੱਲ ਵੱਲ ਯਤਨ ਕਰਦੇ ਨੇ। ਔਰ ਸਾਰਕ ਨੇ ਜਿੱਦਾਂ ਆਸੀਆਨ ਨਾਲ ਵੀ ਸਮਝੌਤੇ ਕੀਤੇ ਹੈਗੇ ਨੇ ਸਾਫਟਾ ਅਤੇ ਸਪਟਾ ਦੇ ਵਿੱਚ। ਔਰ ਇਹਦੇ ਜ਼ੋਰ ਦਿੱਤਾ ਕਿ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਦੀ ਸਹਿਭਾਗਤਾ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਔਰ ਸਾਰਕ ਦੀਆਂ ਪ੍ਰਾਪਤੀਆਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਸਾਰਕ ਨੇ ਵਪਾਰ ਅਤੇ ਉਦਯੋਗ ਦੇ ਖੇਤਰ ਦੇ ਵਿੱਚ ਵੀ ਇੱਕ ਦੂਜੇ ਨਾਲ ਚੰਗਾ ਸਹਿਯੋਗ ਬਣਾਇਆ ਗਾ। ਔਰ ਆਰਥਿਕ ਏਕੀਕਰਨ ਦੇ ਸੰਬੰਧੀ ਵੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ। ਇੱਕ ਖੋਜ ਚੱਲ ਰਹੀ ਹੈ ਕਿ ਜੇਕਰ ਦੱਖਣੀ ਏਸ਼ੀਆ ਦੇਸ਼ ਇਕੱਠੇ ਹੋ ਕੇ ਸਾਰੇ ਰਲ ਕੇ ਕੰਮ ਕਰਦੇ ਨੇ ਤਾਂ ਕਿਸ ਤਰੀਕੇ ਦਾ ਸਹਿਯੋਗ ਇੱਕ ਦੂਜੇ ਨੂੰ ਦੇ ਸਕਦੇ ਨੇ ਇਹ। ਔਰ ਸੱਭਿਆਚਾਰਕ ਤੌਰ 'ਤੇ ਬੜੀਆਂ ਇਹਨਾਂ ਦੀ ਆਦਾਨ ਪ੍ਰਦਾਨ ਹੁੰਦਾ ਰਹਿੰਦਾ। ਸੱਭਿਆਚਾਰਕ ਤੌਰ 'ਤੇ ਸਿੱਖਿਆ ਔਰ ਸੱਭਿਆਚਾਰ ਦੇ ਖੇਤਰ ਦੇ ਵਿੱਚ ਬੜਾ ਇਹਨਾਂ ਦਾ ਚੰਗਾ ਕੰਮ ਹੈਗਾ। ਔਰ ਨਸ਼ਿਆਂ ਦੀ ਜਿਹੜੀ ਹੈਗੀ ਹੈ ਵਪਾਰ ਨੂੰ ਰੋਕਣ ਦੇ ਲਈ ਵੀ ਔਰ ਅੱਤਵਾਦ ਦੇ ਵਪਾਰ ਨੂੰ ਰੋਕਣ ਦੇ ਲਈ ਵੀ ਇਹ ਕਾਫੀ ਜ਼ਿਆਦਾ ਭੂਮਿਕਾ ਨਿਭਾ ਰਿਹਾ ਹੈ ਸੰਗਠਨ। ਔਰ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਵੀ ਇਹ ਸੰਗਠਨ ਕਾਫੀ ਚਿੰਤਤ ਹੈ। ਮਨੁੱਖੀ ਅਧਿਕਾਰਾਂ ਦੇ ਸੰਬੰਧ ਦੇ ਵਿੱਚ ਵੀ ਗੱਲ ਹੋ ਰਹੀ ਹੈਗੀ ਆ। ਸੋ ਇੱਕ ਦੱਖਣੀ ਏਸ਼ੀਆ ਯੂਨੀਵਰਸਿਟੀ ਸਥਾਪਿਤ ਹੋਣ ਦੀ ਗੱਲ ਚੱਲ ਰਹੀ ਹੈ ਕਿ ਦੱਖਣੀ ਏਸ਼ੀਆ ਦੇਸ਼ਾਂ ਦੀ ਇੱਕ ਯੂਨੀਵਰਸਿਟੀ ਬਣਾਈ ਜਾਊਗੀ ਜਿਹੜੀ ਕਿ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਨਵੇਂ ਦਿਸ਼ਾ ਸਥਾਪਿਤ ਕਰੇਗੀ। ਸੋ ਇਹਦੇ ਵਿੱਚ ਜੇ ਆਪਾਂ ਸਾਰਕ ਦਾ ਫਿਊਚਰ ਜਾਂ ਸਾਰਕ ਨੂੰ ਲਾਸਟ ਤੌਰ 'ਤੇ ਇਹਦਾ ਕਨਕਲੂਜ਼ਨ ਕਰੀਏ ਕਿ ਜਿਹੜਾ ਸਾਰਕ ਹੈਗਾ ਗਾ ਇਹ ਬਹੁਤ ਵਧੀਆ ਇੱਕ ਸੰਗਠਨ ਹੈਗਾ ਗਾ। ਪਰ ਜੇ ਸਾਰੇ ਦੇਸ਼ ਰੀਅਲੀ ਅਸਲ ਦੇ ਵਿੱਚ ਇਹਨੂੰ ਸੱਚੀ ਮੁੱਚ ਠੀਕ ਬਣਾਉਣ ਦੇ ਲਈ ਯਤਨ ਕਰਨਗੇ ਔਰ ਆਪਣੀ ਪੂਰੀ ਪਾਰਟੀਸਪੇਸ਼ਨ ਇਹ ਦੇਣਗੇ, ਦੱਖਣੀ ਏਸ਼ੀਆ ਦੇ ਜੇ 8 ਦੇਸ਼ ਇਹ ਇਕੱਠੇ ਹੋ ਕੇ ਸਾਰੇ ਖੇਤਰਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਸਹਿਯੋਗ ਦਿੰਦੇ ਨੇ ਤਾਂ ਬਹੁਤ ਵਧੀਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਇਹਨਾਂ ਦੀਆਂ ਸਮੱਸਿਆਵਾਂ ਇਹ ਨੇ ਕਿ ਇਹ ਦੇਸ਼ ਦੁਨੀਆ ਦੇ ਵੱਖ ਵੱਖ ਗੁੱਟਾਂ ਦੇ ਜਿਹੜੇ ਤਕੜੇ ਦੇਸ਼ ਨੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ ਕਿਉਂਕਿ ਇਹਨਾਂ ਕੋਲ ਆਪਣਾ ਫੰਡ ਨਹੀਂ ਹੈ। ਸੋ ਕੁਝ ਨੇਤਾ ਸੋਚਦੇ ਨੇ ਕਿ ਜੇਕਰ ਇਹ ਰਲ ਕੇ ਕੰਮ ਕਰਨ ਤਾਂ ਇਹ ਚੰਗੇ ਤਰੀਕੇ ਦਾ ਕੰਮ ਕਰ ਸਕਦੇ ਨੇ ਕਿਉਂਕਿ ਇਹ ਐਗਰੀਕਲਚਰ ਇਕੋਨਮੀ ਬੇਸਡ ਦੇਸ਼ ਹੈਗੇ ਨੇ ਔਰ ਇਹ ਚੰਗਾ ਕੰਮ ਕਰ ਸਕਦੇ ਨੇ ਔਰ ਉਜਲਾ ਭਵਿੱਖ ਬਣਾ ਸਕਦੇ ਨੇ। ਔਰ ਕੁਛ ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਸਾਰਕ ਹੈ ਕਦੇ ਵੀ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਤੋਂ ਨਹੀਂ ਉੱਭਰ ਪਾਏਗਾ ਕਿਉਂਕਿ ਲੋਕਾਂ ਦੀਆਂ ਇਹਨਾਂ ਦੇਸ਼ਾਂ ਦੀਆਂ ਸਾਰਕ ਦੇ ਇਹਨਾਂ ਦੇਸ਼ਾਂ ਦੀਆਂ ਆਪਸੀ ਸਮੱਸਿਆਵਾਂ ਹੀ ਬਹੁਤ ਜ਼ਿਆਦਾ ਨੇ। ਸੋ ਦੋਸਤੋ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜੇਕਰ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਜ਼ਰੂਰ ਮੈਸੇਜ ਕਰਕੇ ਦੱਸੋ। ਬਹੁਤ ਬਹੁਤ ਧੰਨਵਾਦ ਜੀ।